ਇਹ ਕੰਮ ਆਏ ਨਹੀਂ ਹੁੰਦੇ ਜੇ ਸਟੈਂਡ ਲੈ ਲਈਏ ਨਾ ਪੂਰਾ ਨਿਭੀਏ। ਸਟੈਂਡ ਨਹੀਂ ਲੈਣਾ ਆਉਂਦਾ ਲੋਕਾਂ ਨੂੰ। ਇਹ ਤੁਹਾਡਾ ਬਜ਼ੁਰਗ ਹੋਇਆ ਇਹ ਬਾਬਾ ਜਿਉਣ ਦਾਸ, ਸਾਰਾ ਨਗਰੀ ਹੀ ਮੰਨਦਾ ਜੀ। ਤੁਸੀਂ ਤਾਂ ਓਨੇ ਆ ਬੱਚਾ ਵੀ ਹੁੰਦਾ, ਸੇਵਾ ਭਾਵਨਾ ਬਹੁਤ ਹੈ। ਤੇ ਮੈਂ ਫਾਰਮੈਲਿਟੀ ਵੀ ਕਰਨੀ ਹੈ ਨਹੀਂ ਕਿ ਮੈਂ ਇਹਦੀ ਛੰਟੂਗਾ। ਮੈਨੂੰ ਤਾਂ ਮਤਲਬ ਉਹਨਾਂ ਨਾਲ ਜਿਨ੍ਹਾਂ ਦੀ ਦਰਬਾਰ ਪ੍ਰਤੀ ਸ਼ਰਧਾ। ਮੈਂ ਤਾਂ ਤੁਹਾਨੂੰ ਦਰਬਾਰ ਨਾਲ ਜੋੜਨ ਆਇਆ ਵੀ ਦਰਬਾਰ ਵੱਲ ਧਿਆਨ ਕਰੋ। ਵੀ ਤੁਹਾਡੇ ਕੋਈ ਵੀ ਕੰਮ ਆ ਉਦੋਂ ਹੋਣੇ ਆ ਜਦੋਂ ਤੁਸੀਂ ਸੱਚੀ ਭਾਵਨਾ ਨਾਲ ਸੇਵਾ ਨਿਭਾਉਂਦੇ ਆ। ਆਏ ਨਹੀਂ ਵੀ ਬੈਠੇ ਆਪਾਂ ਘਰ ਆ, ਜ਼ਿੰਮੇਵਾਰੀ ਕੋਈ ਚੱਕਦੇ ਨਹੀਂ, ਫੋਨ ਲਾਏ ਤੇ ਆਉਂਦੇ ਹੀ ਨਹੀਂ। ਇਹਨਾਂ ਦੇ ਚਰਨਾਂ ਦੀ ਧੂੜ ਮਾਲਕਾ ਤੂੰ ਸੱਚੇ ਪਾਤਸ਼ਾਹ ਬਾਬਾ ਜੀ ਦਾ ਚਰਨਾਂ ਦੀ ਧੂੜ ਬਣਾ ਕੇ ਰੱਖੀ। ਇਹ ਚਰਨਾਂ ਦੀ ਧੂੜ ਨਾ ਮਾਨੀ ਮੂੰਹ ਤੇ ਪੈ ਜੇ ਉੱਥੇ ਵੀ ਰੋਸ਼ਨੀ ਆ ਜਾਂਦੀ ਹੈ। ਧੂੜ ਚੰਗੀ ਹੈ। ਹੁਣ ਇਹ ਵਿਚਾਰਿਆਂ ਦਾ ਕੀ ਕਰੀਏ? ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਬਾਬਾ ਬੈਠਾ, ਜਿਹਨੂੰ ਬਾਬਾ ਕਹਿੰਦੇ ਆ, ਰਿਸ਼ੀ ਕਹਿੰਦੇ ਆ, ਵੀ ਸਾਨੂੰ ਕੀ ਦੇ ਸਕਦਾ। ਪਤਾ ਨਹੀਂ ਇਹਨਾਂ ਨੂੰ। ਬਹੁਤ ਕੁਝ ਦਿੰਦਾ ਬਾਬਾ ਰਿਸ਼ੀ। ਇਹਨਾਂ ਦੀ ਗੱਲਾਂ ਮੈਂ ਤਾਂ ਸੁਣਦਾ ਹਾਂ। ਇਹ ਗਿਆਨ ਵੀ ਬਾਬੇ ਅਸਲ ਤਾਰਨਾ ਹੀ ਤੁਹਾਨੂੰ ਗਿਆਨ ਨੇ, ਦੁਨੀਆ ਨੇ ਐਂਡ 'ਚ ਗਿਆਨ ਨੇ ਤਾਰਨਾ। ਬਾਣੀ ਕਹਿੰਦੀ ਹੈ ਨਾ, ਗਿਆਨ ਬਿਨਾ ਜਗ ਘੋਰ ਅੰਧੇਰਾ। ਹਨੇਰੇ 'ਚ ਭਟਕ ਰਹੇ ਆ ਰੂਹਾਂ, ਭਟਕ ਰਹੀਆਂ ਨੇ। ਹੁਣ ਮੈਨੂੰ ਇਹ ਦੱਸੋ, ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਤੁਸੀਂ? ਚਲੋ, ਜਦੋਂ ਬਾਣੀ ਪੜ੍ਹਦੇ ਆ ਨਾ ਗੁਰਦੁਆਰਾ ਸਾਹਿਬ 'ਚ, ਕੋਈ ਵੀ ਸਿੰਘ ਗ੍ਰੰਥੀ ਪ੍ਰਚਾਰਕ ਕੁਛ ਗੱਲਾਂ ਬੋਲਦਾ, ਜਿਵੇਂ ਕੁਛ ਗੱਲਾਂ ਹੁੰਦੀਆਂ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਏਕੋ ਨਾਨਕ ਸਿਮਰਿਏ ਜੋ ਜਲ ਥਲ ਰਹਾ ਸਮਾਏ, ਉਸਕੋ ਕਿਆ ਸਿਮਰਿਏ ਜੋ ਜੰਮੇ ਤੇ ਮਰ ਜਾਏ। ਇਹਦਾ ਮਤਲਬ ਜਾਣਦੇ ਹੋ ਕੀ ਹੈ? ਉਹ ਨਾਮ ਕੀ ਆ? ਜੋ ਸਤਿਨਾਮ ਬੋਲਦੇ ਆ ਜਦੋਂ, ਸੱਚਾ ਨਾਮ, ਪਰਮਾਤਮਾ ਦਾ ਨਾਮ ਸੱਚਾ, ਆਪਣੇ ਨਾਮ ਝੂਠੇ ਆ। ਹੁਣ ਤੁਹਾਨੂੰ ਪਤਾ ਪਰਮਾਤਮਾ ਦਾ ਨਾਮ ਕੀ ਹੈ? ਉਹ ਪਿਤਾ ਜਿਹੜਾ ਸਭ ਦਾ ਪਿਤਾ, ਦੁਨੀਆ ਜਿੰਨੇ ਲੋਕ ਨੇ, ਗੁਰੂ ਨੇ, ਦੇਵੀ ਦੇਵਤੇ, ਪੀਰ ਪੈਗੰਬਰ, ਸਭ ਦਾ ਇੱਕ ਪਿਤਾ। ਏਕ ਪਿਤਾ ਏਕ ਸਕੇ ਹਮ ਵਾਰਿਕ। ਵਾਰਿਕ ਦਾ ਮਤਲਬ ਹੁੰਦਾ ਵਾਰਸ, ਬੱਚੇ। ਆਪਾਂ ਉਹਦੇ ਵਾਰਸ ਹਾਂ, ਵਾਰਿਕ। ਏਕ ਪਿਤਾ ਏਕ ਸਕੇ ਹਮ ਵਾਰਿਕ। ਉਹ ਇੱਕ ਪਿਤਾ ਕੌਣ? ਜਿਹਦੇ ਬਾਰੇ ਕਿਹਾ ਗਿਆ, ਏਕੋ ਨਾਨਕ ਸਿਮਰਿਏ ਜੋ ਜਲ ਥਲ ਰਹਾ ਸਮਾਏ। ਨਮਸਕਾਰ। ਹੋਰ ਕਿਵੇਂ ਹੋ? ਕੀ ਗੱਲ ਆਏ ਨਹੀਂ ਦੱਸਦੇ? ਸੰਤਾਂ ਨਾਲ ਵਾਅਦਾ ਕਰਕੇ ਤੋੜ ਜਾਂਦੇ ਹੋ। ਬਾਬਾ ਜਿਉਣ ਦਾ ਸੁਣਦਾ ਸਾਰਾ ਕੁਝ। ਅੱਛਾ, ਤੁਹਾਨੂੰ ਮੈਂ ਕੰਮ ਦੀ ਗੱਲ ਦੱਸਦਾ। ਤੁਸੀਂ ਤਾਂ ਗੁਰਦੁਆਰਾ ਸਾਹਿਬ ਜਾਂਦੇ ਹੋਵੋਗੇ, ਜਾਂਦੇ ਹੋ? ਬਾਣੀ 'ਚ ਇੱਕ ਸ਼ਬਦ ਸੁਣਿਆ, ਏਕੋ ਨਾਨਕ ਸਿਮਰਿਏ ਜੋ ਜਲ ਥਲ ਰਹਾ ਸਮਾਏ, ਉਸਕੋ ਕਿਆ ਸਿਮਰਿਏ ਜੋ ਜੰਮੇ ਤੇ ਮਰ ਜਾਏ। ਇਹਦਾ ਮਤਲਬ ਦੱਸੋ ਕੀ ਜੇ ਜਾਣਦੇ ਨੇ? ਪੁੱਛਦੇ ਕਾਹਤੋਂ ਨਹੀਂ ਤੁਸੀਂ ਉਹਨਾਂ ਨੂੰ? ਹੈ ਨਹੀਂ, ਗੱਲ ਤਾਂ ਇਹ ਆ ਵੀ ਜੇ ਤੁਸੀਂ ਜਾਣਦੇ ਨਹੀਂ ਫਿਰ ਪੁੱਛਦੇ ਕਿਉਂ ਨਹੀਂ? ਵੀ ਮਤਲਬ ਦੱਸੋ ਇਹਦਾ ਕੀ ਹੈ? ਏਕੋ ਨਾਨਕ ਸਿਮਰਿਏ ਜੋ ਜਲ ਥਲ ਰਹਾ ਸਮਾਏ। ਉਹ ਕਹਿੰਦਾ ਉਹ ਇੱਕ ਆ, ਉਹਨੂੰ ਸਿਮਰੋ, ਮਤਲਬ ਉਹਨੂੰ ਯਾਦ ਕਰੋ, ਉਹਦੀ ਪੂਜਾ ਕਰੋ, ਉਹਦੀ ਯਾਦ ਵਿੱਚ ਰਹੋ, ਉਹਨੂੰ ਲੱਭੋ, ਉਹਨੂੰ ਜਾਣੋ। ਉਹਨੂੰ ਕਾਹਤੋਂ ਸਿਮਰਨਾ? ਜਿਹੜਾ ਗਰਭ ਚੋਂ ਪੈਦਾ ਹੋਇਆ ਔਰ ਮਰ ਗਿਆ। ਉਹਨੂੰ ਕੀ ਮੰਨਣ ਦੀ ਲੋੜ ਹੈ? ਅੱਛਾ, ਜਿਹੜੇ ਗਰਭ 'ਚ ਪੈਦਾ ਹੋ ਕੇ ਮਰਦੇ ਨੇ, ਉਹਨਾਂ 'ਚ ਦੇਵੀ ਦੇਵਤੇ ਵੀ ਆ ਜਾਂਦੇ ਆ, ਗੁਰੂ ਪੀਰ ਪੈਗੰਬਰ, ਸਾਧੂ ਸੰਤ ਸੰਨਿਆਸੀ ਹੈ, ਉਹਦੇ ਵਿੱਚ ਸਾਰੇ ਆ ਜਾਂਦੇ, ਆਪਾਂ ਵੀ ਆ ਜਾਂਦੇ ਆ। ਗੁਰੂ ਨਾਨਕ ਦੇਵ ਜੀ ਬਾਣੀ 'ਚ ਕੀ ਕਹੇ ਆ? ਉਸਕੋ ਕਿਆ ਸਿਮਰਿਏ ਜੋ ਜੰਮੇ ਤੇ ਮਰ ਜਾਏ। ਕਹਿੰਦਾ ਉਹਨਾਂ ਨੂੰ ਕਾਹਤੋਂ ਯਾਦ ਕਰਨਾ, ਪੂਜਾ ਕਰਨੀ? ਉਹਨਾਂ ਨੂੰ ਯਾਦ ਕਰਨਾ ਜਿਹੜੇ ਜੰਮਦੇ ਔਰ ਮਰ ਜਾਂਦੇ ਆ। ਇਹ ਸਿਰਫ ਉਹਨਾਂ ਲਈ ਸ਼ਬਦ ਆ ਜਿਹੜੇ ਪਰਮਾਤਮਾ ਨੂੰ ਪਾਉਣ ਦੀ ਇੱਛਾ ਰੱਖਦੇ ਆ ਮਨ 'ਚ। ਜਿਹੜੇ ਨਹੀਂ ਰੱਖਦੇ, ਜਿਵੇਂ ਤੁਸੀਂ ਬੈਠੇ ਹੋ, ਤੁਹਾਡੇ ਲਈ ਫਿਰ ਇਹ ਸਾਧੂ ਸੰਤ ਆ ਜਾਂਦੇ ਆ। ਫਿਰ ਇਹਨਾਂ ਨੂੰ ਯਾਦ ਕਰੋ, ਇਹਨਾਂ ਦੀ ਬਾਣੀ ਨੂੰ ਪੜ੍ਹੋ, ਉਹਨਾਂ ਨਾਲ ਜੁੜੋ। ਕਮ ਸੇ ਕਮ ਜੇ ਪਰਮਾਤਮਾ ਤੱਕ ਸਾਡੀ ਪਹੁੰਚ ਨਹੀਂ ਹੈ, ਆਪਦੇ ਗੁਰੂਆਂ ਤੱਕ ਤਾਂ ਪਹੁੰਚ ਬਣਾ ਕੇ ਰੱਖੀਏ। ਗੁਰੂਆਂ ਤੱਕ ਪਹੁੰਚ ਬਣਾਉਣ ਦਾ ਮਤਲਬ ਆ ਵੀ ਗੁਰੂ ਨਾਨਕ ਦੇਵ ਜੀ ਕਹਿ ਕੇ ਕੀ ਗਏ ਆ, ਜਿਹੜੇ ਸਿੱਖ ਧਰਮ ਦੇ ਬਾਨੀ ਆ। ਅਸਲ ਤਾਂ ਬੀਜ ਉਹ ਆ, ਉੱਥੋਂ ਨਿਕਲਿਆ ਸਿੱਖ ਧਰਮ। ਕਿੱਥੋਂ? ਗੁਰੂ ਨਾਨਕ ਦੇਵ ਜੀ ਤੋਂ। ਤਾਂ ਹੀ ਜਿਹੜਾ ਮੂਲ ਮੰਤਰ, ਅਸਲ ਮੰਤਰ, ਜਿਹਨੂੰ ਮੂਲ ਦਾ ਮਤਲਬ ਹੁੰਦਾ ਅਸਲ, ਜਪ ਜੀ ਸਾਹਿਬ ਅਸਲ ਮੰਤਰ। ਮੂਲ ਕੀ ਹੁੰਦਾ?
ਕੀ ਹੁੰਦਾ? ਮੂਲ ਦਾ ਮਤਲਬ ਨਹੀਂ ਜਾਣਦੇ? ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਮੂਲ ਦਾ ਕੀ ਮਤਲਬ ਹੁੰਦਾ? ਮੂਲ ਧਨ, ਅਸਲ ਧਨ। ਮੂਲ ਦਾ ਮਤਲਬ ਹੁੰਦਾ ਅਸਲ, ਗਿਆਨ ਧਨ। ਮੂਲ ਧਨ ਹੁੰਦਾ ਗਿਆਨ ਧਨ। ਆਪਾਂ ਮੂਲ ਕਹਿੰਦੇ ਜਾਂ ਉਹਨੂੰ ਮੂਲ ਅਸਲ ਵਿਆਜ ਨਾ ਦੇ। ਵੀ ਤੂੰ ਤੁਹਾਡਾ ਅਸਲ ਕੀ ਆ? ਤੁਸੀਂ ਜਾਣਦੇ ਹੋ ਤੁਸੀਂ ਕੀ ਚੀਜ਼ ਆ? ਕੀ ਆ ਤੁਸੀਂ? ਬਾਣੀ ਕਹਿੰਦੀ ਹੈ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਹਿਚਾਣ। ਮੂਲ ਦਾ ਮਤਲਬ ਹੁੰਦਾ ਅਸਲ। ਜਿਹੜੇ ਜਨਮ ਮਰਨ ਚ ਆਉਂਦੇ ਨੇ ਉਹਨਾਂ 'ਚ ਤਾਂ ਸਾਡੇ ਗੁਰੂ ਵੀ ਆ ਗਏ। ਆਪਾਂ ਗੁਰੂ ਜੀ ਦੀ ਬਾਣੀ ਦੀ ਉਲੰਘਣਾ ਵੀ ਕਰੀ ਜਾਂਦੇ, ਬੇਅਦਬੀ ਨਹੀਂ ਕਰੀ ਜਾਂਦੇ। ਗੁਰੂ ਨਾਨਕ ਦੇਵ ਜੀ ਜੋ ਕਹਿ ਕੇ ਗਏ ਬਾਣੀ 'ਚ ਲਿਖਿਆ, ਮੈਂ ਨਹੀਂ ਕਹਿੰਦਾ। ਮੈਂ ਤਾਂ ਆਪਣੀ ਵਿਵੇਕ ਦੁਆਰਾ ਕਹਿਣਾ ਵੀ ਇਹ ਗੱਲ ਸੱਚੀ ਆ ਵੀ ਗੁਰੂ ਨਾਨਕ ਦੇਵ ਜੀ ਜੋ ਕਹਿ ਕੇ ਗਏ ਸੱਚ ਕਹਿ ਕੇ ਗਿਆ, ਝੂਠ ਨਹੀਂ ਕਹਿ ਕੇ ਗਏ। ਸਿਰਫ ਇੱਕ ਪਰਮਾਤਮਾ ਮੰਨਣ ਯੋਗ ਆ। ਫਿਰ ਉਹ ਪਰਮਾਤਮਾ ਕੌਣ ਆ? ਇੱਕ ਉਹ ਨਾਨਕ ਸਿਮਰਿਏ ਜੋ ਜਲ ਥਲ ਰਹਾ ਸਮਾਏ। ਵੀ ਉਹ ਕੌਣ ਆ ਜਿਹਨੂੰ ਫਿਰ ਯਾਦ ਕਰੀਏ? ਉਹਦੇ ਤੱਕ ਪਹੁੰਚ ਨਾ ਹੋਣ ਕਰਕੇ, ਸਾਡੀ ਉਹਦੀ ਖੋਜ ਨਾ ਕੀਤੀ ਕਰਕੇ ਅਸੀਂ ਫਿਰ ਇਹਨਾਂ ਨੂੰ ਪੂਜਣ ਲੱਗੇ ਕਿ ਇਹਨਾਂ ਨੂੰ ਜਿਹੜੇ ਜੰਮੇ ਔਰ ਮਰ ਗਏ। ਜੇ ਪਰਮਾਤਮਾ ਤੱਕ ਪਹੁੰਚ ਨਹੀਂ ਹੈ ਬਾਬਿਓ, ਫਿਰ ਜਿਹੜੇ ਮੰਨ ਲਓ ਗੁਰੂਆਂ ਤੱਕ ਵੀ ਪਹੁੰਚ ਨਹੀਂ, ਮੰਨ ਲਓ ਬਾਣੀ ਦਾ ਵੀ ਨਹੀਂ ਪਤਾ ਗੁਰੂ ਨਾਨਕ ਦੇਵ ਜੀ ਕੀ ਕਹਿ ਕੇ ਗਿਆ। ਇਹ ਤੁਹਾਡੇ ਬਾਰੇ ਗੱਲ ਹੋ ਰਹੀ ਹੈ, ਤੁਸੀਂ ਕਹੀ ਜਾਂਦੇ ਨਾ ਮੈਨੂੰ ਪਤਾ ਨਹੀਂ ਹੈ ਵੀ ਕਹਿੰਦੇ ਕੀ ਹੈ। ਬਾਣੀ ਜਦੋਂ ਬੋਲਦੇ ਆ ਗ੍ਰੰਥੀ ਪਤਾ ਨਹੀਂ ਹੈ, ਚਲੋ ਮੰਨ ਲਓ ਉੱਥੇ ਵੀ ਪਹੁੰਚ ਨਹੀਂ, ਪਰਮਾਤਮਾ ਤੱਕ ਪਹੁੰਚ ਨਹੀਂ ਹੈ ਨਹੀਂ। ਉਸ ਤੋਂ ਥੱਲੇ ਆ ਜਾਓ, ਜਿਨ੍ਹਾਂ ਬਾਰੇ ਨਾਨਕ ਜੀ ਕਹਿ ਕੇ ਵੀ ਇਹਨਾਂ ਨੂੰ ਕਾਹਤੋਂ ਸਿਮਰਨਾ, ਉਹ 'ਚ ਨਾਨਕ ਜੀ ਵੀ ਆ ਗਏ, 10 ਗੁਰੂ ਵੀ ਆ ਗਏ, ਸਾਧੂ ਸੰਤ ਵੀ ਆ ਗਏ। ਇਹਨਾਂ ਨੂੰ ਬਾਣੀ ਕਹਿੰਦੀ ਹੈ ਵੀ ਇਹਨਾਂ ਨੂੰ ਕੀ ਸਿਮਰਨਾ ਜਿਹੜੇ ਜੰਮੇ ਤੇ ਮਰ ਜਾਏ। ਆਪਾਂ ਕਹਿੰਦੇ ਨਹੀਂ ਗੁਰੂ ਜੀ ਜੋਤੀ ਜੋਤ ਸਮਾ ਗਏ, ਮਤਲਬ ਗੁਜ਼ਰ ਗਏ, ਮਤਲਬ ਮਰ ਗਏ। ਜੋ ਜੰਮੇ ਤੇ ਮਰ ਜਾਏ ਬਾਣੀ ਕਹਿੰਦੀ ਹੈ, ਯਾਦ ਰੱਖਿਓ। ਮੈਂ ਤਾਂ ਆਪਣੀ ਵਿਵੇਕ ਦੁਆਰਾ ਕਹਿ ਰਿਹਾ ਵੀ ਗੱਲ ਸੱਚੀ ਕਹਿ ਕੇ ਗਏ, ਗੁਰੂ ਨਾਨਕ ਜੀ ਝੂਠ ਨਹੀਂ ਕਹਿ ਕੇ ਗਏ। ਫਿਰ ਜਿਹੜੀ ਮੰਨ ਲਓ ਤੁਹਾਡੀ ਪਰਮਾਤਮਾ ਤੱਕ ਪਹੁੰਚ ਨਹੀਂ ਹੈ, ਛੱਡ ਦਿਓ, ਨਹੀਂ ਹੈਗੀ ਪਹੁੰਚ ਯਾਰ, ਉੱਥੇ ਤੱਕ ਤਾਂ ਨਹੀਂ ਮੈਂ ਜਾ ਸਕਦਾ। ਉਸ ਤੋਂ ਥੱਲੇ ਆ ਗਏ ਦੇਵੀ ਦੇਵਤੇ ਆ ਜਾਂਦੇ ਆ ਜਿਨ੍ਹਾਂ ਨੂੰ ਸੱਚ ਦਾ ਗਿਆਨ ਸੀ, ਜਿਹਦੇ ਕਰਕੇ ਉਹ ਦੇਵੀ ਦੇਵਤੇ ਬਣੇ ਸੀ। ਉਹਨਾਂ ਨੂੰ ਵੀ ਨਹੀਂ ਮੰਨਦੇ, ਉਹਨਾਂ ਨੂੰ ਵੀ ਛੱਡ ਦਿਓ, ਉੱਥੇ ਤੱਕ ਵੀ ਪਹੁੰਚ ਨਹੀਂ ਹੈ। ਫਿਰ ਆ ਜਾਓ ਗੁਰੂ ਪੀਰ ਪੈਗੰਬਰ। ਆ ਪੀਰਖਾਨਾ ਆਪਣਾ, ਇੱਥੇ ਗੁਰੂ ਵੀ ਆ, ਕੌਣ? ਬਾਬਾ ਜਿਉਣ ਦਾਸ ਜੀ। ਇੱਥੇ ਪੀਰ ਪੈਗੰਬਰ ਵੀ ਆ ਜਿਨ੍ਹਾਂ ਦਾ ਸਥਾਨ ਇੱਧਰ ਬਣਿਆ ਹੋਇਆ। ਇੱਥੇ ਤੱਕ ਤਾਂ ਪਹੁੰਚ ਰੱਖ ਲਓ। ਜੇ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਨਹੀਂ ਕੋਈ ਗੱਲ ਨਹੀਂ, MP ਤੱਕ ਵੀ ਪਹੁੰਚ ਨਹੀਂ ਕੋਈ ਗੱਲ ਨਹੀਂ, MLA ਨਾਲ ਵੀ ਪਹੁੰਚ ਹੈ ਨਹੀਂ ਆਪਣੀ, ਉੱਥੇ ਵੀ ਜਾਣ ਪਛਾਣ ਹੈ ਨਹੀਂ। ਪਿੰਡ ਦੇ ਸਰਪੰਚ ਨਾਲ ਤਾਂ ਪਹੁੰਚ ਰੱਖ ਲਓ। ਪਿੰਡ ਦਾ ਸਰਪੰਚ ਕੌਣ ਆ? ਫਿਰ ਬਾਬਾ ਜਿਉਣ ਦਾਸ ਜੀ। ਕਿੱਥੇ ਤੱਕ ਜਾਣਾ? ਉਹਨਾਂ ਨੂੰ ਮੰਨ ਲਓ, ਉਹਨਾਂ ਪ੍ਰਤੀ ਸ਼ਰਧਾ ਰੱਖ ਲਓ। ਇਹ ਤਾਂ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਸੀ ਵੀ ਆਪਾਂ ਇੱਕ ਉਸ ਪਰਮਾਤਮਾ ਤੋਂ ਟੁੱਟ ਗਏ। ਅੱਛਾ, ਫਿਰ ਉਹ ਕੌਣ ਆ ਪਰਮਾਤਮਾ ਜਿਹਨੂੰ ਆਪਾਂ ਪਰਮ ਪਿਤਾ ਕਹਿੰਦੇ ਆ? ਪਿਤਾ ਕਹਿ ਕੇ ਤਾਂ ਮੰਨਦੇ ਆ, ਜਾਣਦੇ ਹੈ ਨਹੀਂ। ਗੁਰੂ ਨਾਨਕ ਦੇਵ ਜੀ ਕਹਿ ਕੇ ਗਿਆ ਏਕਮ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੇ। ਸਭ ਜੂਨਾਂ ਤੋਂ ਰਹਿਤਾ, ਜਨਮ ਮਰਨ ਤੋਂ ਰਹਿਤਾ। ਉਹਨੂੰ ਯਾਦ ਕਰੋ। ਅਜੂਨੀ ਸਵੇ ਆਦ ਸੱਚ ਜੁਗਾ ਸੱਚ, ਸ਼ੁਰੂ ਤੋਂ ਸੱਚ ਸੀ, ਜਿਹੜਾ ਜੁਗਾਂ ਤੋਂ ਸੱਚ ਸੀ, ਉਹ ਸੱਚਾ ਨਾਮ ਵਾਲਾ ਉਹ ਪਰਮ ਪਿਤਾ ਪਰਮਾਤਮਾ ਕੌਣ ਆ? ਸਦਾ ਸ਼ਿਵ, ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਆ ਦੇ ਸ਼ਿਵਾ ਪਰ ਮੋਹੇ ਹੈ ਸ਼ੁਭ ਕਰਮਨ ਤੇ ਕਭੂ ਨਾ ਟਰੋ। ਉਹ ਸ਼ਿਵ ਆ, ਸਦਾ ਸ਼ਿਵ। ਉਹਦੇ ਨਾਂ ਦੇ ਮੂਹਰੇ ਕੀ ਲੱਗਦਾ? ਕੀ ਬੋਲਿਆ ਮੈਂ? ਸਦਾ। ਸਦਾ ਦਾ ਕੀ ਮਤਲਬ ਹੁੰਦਾ? ਸਦਾ ਦਾ ਮਤਲਬ ਕੀ ਹੁੰਦਾ? ਇਹ ਤਾਂ ਸਿੱਧੀਆਂ ਗੱਲਾਂ ਨੇ, ਪੰਜਾਬੀ ਭਾਸ਼ਾ। ਸਦਾ ਦਾ ਕੀ ਮਤਲਬ ਹੁੰਦਾ? ਤੂੰ ਦੱਸ ਕਿਵੇਂ? ਇਹਨੇ ਤਾਂ ਹਿੰਮਤ ਕੀਤੀ ਬੱਚੇ ਨੇ, ਆ ਵੱਡੇ ਬੈਠੇ ਨੇ, ਇਹ ਨਹੀਂ ਬੋਲਦੇ। ਸਦਾ ਦਾ ਕੀ ਮਤਲਬ ਹੁੰਦਾ? ਹਮੇਸ਼ਾ, ਸਦਾ ਹੀ ਸੱਚਾ, ਜਿਹੜਾ ਸਦਾ ਹੀ ਰਹਿਣਾ, ਮਿਟਣਾ ਹੀ ਨਹੀਂ ਹੈ ਦੁਨੀਆ ਤੋਂ, ਖਤਮ ਹੀ ਨਹੀਂ ਹੋਣਾ। ਆਪਾਂ ਤਾਂ ਖਤਮ ਹੋ ਜਾਂਦੇ ਨਾ, ਮਰ ਜਾਂਦੇ ਆਪਾਂ। ਇੱਕ ਦਿਨ ਤੁਸੀਂ ਕਹੋਗੇ ਰਾਜ ਰਿਸ਼ੀ ਮਰ ਗਿਆ, ਜਿੱਦਣ ਮੈਂ ਮਰ ਗਿਆ ਕਹਿਣਗੇ ਮੈਨੂੰ, ਤੁਹਾਡੇ ਬਾਰੇ ਵੀ ਇਹੀ ਕਹਿਣਗੇ ਲੋਕ। ਸਦਾ ਸ਼ਿਵ, ਸ਼ਿਵ ਦਾ ਮਤਲਬ ਹੁੰਦਾ ਕਲਿਆਣਕਾਰੀ, ਮੰਗਲਕਾਰੀ, ਸ਼ੁਭਕਾਰੀ। ਉਹ ਜਨਮ ਮਰਨ ਤੋਂ ਰਹਿਤ ਆ, ਉਹ ਨਿਰਾਕਾਰ ਆ, ਯਾਨੀ ਆਤਮ ਰੂਪ ਆ, ਜਗਦੀ ਜੋਤ ਆ। ਗੁਰੂ ਵੀ ਕੀ ਹੈ? ਜਗਦੀ ਜੋਤ। ਤੁਸੀਂ ਵੀ ਕੀ ਹੈ? ਜਗਦੀ ਜੋਤ। ਆਪਾਂ ਕਹਿੰਦੇ ਨੇ ਫਲਾਨਾ ਗੁਰੂ ਜੋਤੀ ਜੋਤ ਸਮਾ ਗਿਆ, ਯਾਨੀ ਸਾਡੇ ਗੁਰੂ ਦੀ ਜਿਹੜੀ ਜੋਤੀ ਸੀ ਉਸ ਜੋਤ ਨੂੰ ਮਿਲ ਗਈ ਜਾ ਕੇ, ਯਾਨੀ ਉਹਨੂੰ ਮਿਲ ਲਈ। ਸਾਡਾ ਗੁਰੂ ਵੀ ਜੋਤ, ਉਹ ਪਰਮ ਪਿਤਾ ਵੀ ਜੋਤ, ਤੇ ਆਪਾਂ ਵੀ ਕੀ ਉਹਦੇ ਬੱਚੇ? ਜੋਤ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਬਾਣੀ ਸਾਨੂੰ ਕਹਿੰਦੀ ਆ ਬਾਬਿਓ, ਸਮਝਦੇ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਤੁਸੀਂ?
ਪਸ਼ੂ ਬੁੱਧੀ ਬਣਾ ਕੇ ਚੱਲਾਂਗੇ, ਪਸ਼ੂਆਂ ਵਾਲਾ ਹਾਲ ਹੋ ਜਾਊਗਾ। ਬਾਣੀ ਦਾ ਇੱਕ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਮੁੰਦਰ ਜਿੰਨੀ ਗਹਿਰਾਈ ਆ ਉਹ 'ਚ। ਜੇ ਤੁਸੀਂ ਕਹੋ ਜੀ ਮੈਂ ਤਾਂ ਬਾਣੀ ਸੁਣ ਕੇ ਆ ਗਿਆ, ਕੋਈ ਉਹਦਾ ਮੁੱਲ ਨਹੀਂ ਹੈ, ਕੋਈ ਤੁਹਾਨੂੰ ਪੁੰਨ ਨਹੀਂ ਮਿਲਣਾ। ਚਾਹੇ ਸਾਰਾ ਦਿਨ ਗੁਰਦੁਆਰਾ ਸਾਹਿਬ 'ਚ ਬੈਠੇ ਰਹੋ, ਜਦ ਤੱਕ ਬਾਣੀ ਨੂੰ ਸਮਝੋਗੇ ਨਹੀਂ ਕੋਈ ਫਾਇਦਾ ਨਹੀਂ ਹੈ। ਏਕਮ ਓਮਕਾਰ ਗੁਰੂ ਨਾਨਕ ਦੇਵ ਜੀ ਨੂੰ ਮਜਬੂਰੀ 'ਚ ਗੱਲ ਕਹਿਣੀ ਪਈ। ਹਿੰਦੂਆਂ ਦੇ ਘਰ ਪੈਦਾ ਹੋਏ ਸੀ ਗੁਰੂ ਨਾਨਕ ਦੇਵ ਜੀ। ਉਹਨਾਂ ਨੇ ਜਦੋਂ ਦੇਖਿਆ ਵੀ ਇਹ ਮੇਰੇ ਜਿਹੜੇ ਹਿੰਦੂ ਨੇ ਲੋਕ ਨੇ, ਇਹਨਾਂ ਨੇ ਜਾਤਾਂ ਪਾਤਾਂ ਬਣਾ ਲਈਆਂ, ਇਹਨਾਂ ਨੇ 24 ਭਗਵਾਨ ਦੇ ਅਵਤਾਰ ਬਣਾ ਲਏ, ਅਲੱਗ-ਅਲੱਗ ਰੂਪ ਬਣਾ ਲਏ ਉਹਦੇ। ਵਿਸ਼ਨੂੰ ਵੀ ਭਗਵਾਨ, ਨਾਰਾਇਣ ਵੀ ਭਗਵਾਨ, ਕ੍ਰਿਸ਼ਨ ਵੀ ਭਗਵਾਨ, ਰਾਮ ਵੀ ਭਗਵਾਨ, ਪਰਸ਼ੂਰਾਮ ਵੀ ਭਗਵਾਨ, ਹਨੂਮਾਨ ਵੀ ਭਗਵਾਨ, ਕੱਛ ਮੱਛ ਵੀ ਭਗਵਾਨ, 12 ਯਾਨੀ ਸੂਰ ਦੇ ਰੂਪ ਵਿੱਚ ਵੀ ਪਰਮਾਤਮਾ ਹੁੰਦਾ, ਸੂਰ ਦੇ ਰੂਪ ਵਿੱਚ, ਮੱਛ ਦੇ ਰੂਪ ਵਿੱਚ ਵੀ ਆਉਂਦਾ, ਮਗਰਮੱਛ ਦੇ ਰੂਪ 'ਚ, ਨਰ ਸਿੰਘ ਦੇ ਰੂਪ ਵਿੱਚ ਵੀ ਆਉਂਦਾ। 24 ਪਰਮਾਤਮਾ ਦੇ ਅਵਤਾਰ ਬਣਾ ਲਏ। ਗੁਰੂ ਨਾਨਕ ਦੇਵ ਜੀ ਨੂੰ ਮਜਬੂਰੀ 'ਚ ਕਹਿਣਾ ਪਿਆ। ਉਹਨਾਂ ਨੂੰ ਖੰਡਨ ਕੀਤਾ ਸੀ ਇਹਨਾਂ ਨੇ ਕ੍ਰਿਤੀਆਂ ਦਾ, ਅਗਿਆਨਤਾ ਦਾ, ਵੀ ਏਕਮ ਓਮਕਾਰ ਉਹ ਇੱਕ ਆ, ਉਹ ਬਹਿਰੂਪੀਆ ਨਹੀਂ ਹੈ, ਨਿਰਾਕਾਰ ਆ, ਜਨਮ ਮਰਨ ਤੋਂ ਰਹਿਤ ਆ। ਪਰ ਉਹ ਜਦੋਂ ਧਰਤੀ ਤੇ ਆਉਂਦਾ ਸਤਿਗੁਰੂ ਰੂਪ ਵਿੱਚ ਸਾਹਮਣੇ ਪ੍ਰਗਟ ਹੁੰਦਾ। ਕਹਿੰਦੇ ਨਹੀਂ ਗੁਰੂ ਨਾਨਕ ਦੇਵ ਜੀ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਪੂਰੇ ਜੱਗ 'ਚ ਗਿਆਨ ਦੀ ਰੋਸ਼ਨੀ ਹੋ ਜਾਂਦੀ ਆ। ਪ੍ਰਗਟ ਹੋਣ ਦਾ ਮਤਲਬ ਕੀ ਹੁੰਦਾ? ਉਹ ਧਰਤੀ ਤੇ ਆਉਂਦਾ ਤੇ ਤੁਹਾਡੇ ਸਾਹਮਣੇ ਬੈਠਾ ਹੁੰਦਾ ਸਤਿਗੁਰ ਦੇ ਰੂਪ ਵਿੱਚ। ਬਾਣੀ ਕਹਿੰਦੀ ਆ, ਇਹ ਵੀ ਯਾਦ ਰੱਖੋ, ਸਵਾਲ ਪੁੱਛਿਆ ਕਰੋ, ਤੁਹਾਨੂੰ ਜਵਾਬ ਦਈਏ। ਮਹਾਦੇਵ ਕੋ ਕਹਿਤ ਸਦਾਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਵ। ਬਾਣੀ ਕਹਿੰਦੀ ਹੈ ਵੀ ਉਹ ਨਿਰਾਕਾਰ ਨੂੰ ਮੰਨਣ ਦਾ ਕੋਈ ਫਾਇਦਾ ਨਹੀਂ ਹੈ। ਉਹ ਨਿਰਾਕਾਰ ਰੂਪ 'ਚ ਕੀ ਕਰ ਲੂ? ਜਦ ਤੱਕ ਉਹ ਸਰੀਰ 'ਚ ਨਾ ਆਵੇ ਸਾਨੂੰ ਗਿਆਨ ਕਿਵੇਂ ਸੁਣਾਊਗਾ? ਗਿਆਨ ਸੂਰਿਆ ਪ੍ਰਗਟਿਆ ਅਗਿਆਨ ਅੰਧੇਰ ਵਿਨਾਸ਼। ਉਹ ਗਿਆਨ ਦਾ ਸੂਰਜ ਸਦਾ ਸ਼ਿਵ ਜਦੋਂ ਧਰਤੀ ਤੇ ਆਊਗਾ ਫੇਰ ਹੀ ਸਤਿਗੁਰੂ ਰੂਪ 'ਚ ਸਾਹਮਣੇ ਆਊਗਾ। ਕਿਸ ਦੇ ਸਰੀਰ 'ਚ ਹੀ ਵੜੂਗਾ ਕਿ ਫੇਰ ਹੀ ਬੋਲੂਗਾ। ਹਵਾ 'ਚ ਥੋੜਾ ਆਵਾਜ਼ ਆਈ ਜਾਊਗੀ ਨਿਰਾਕਾਰ ਦੀ। ਆਤਮਾ ਨੂੰ ਨਿਰਾਕਾਰ ਕਹਿੰਦੇ ਆ। ਆਤਮਾ ਦਿਖਦੀ ਨਹੀਂ ਹੈ ਇਹਨਾਂ ਅੱਖਾਂ ਦੁਆਰਾ। ਸਰੀਰ ਸਾਕਾਰ ਆ ਸਾਡਾ। ਆਤਮਾ ਕੀ ਆ? ਕੀ ਆ? ਸਰੀਰ ਦਾ ਤਾਂ ਆਕਾਰ ਆ। ਆਤਮਾ ਕੀ ਆ? ਨਿਰਾਕਾਰ। ਪਰਮਾਤਮਾ ਨੂੰ ਨਿਰਾਕਾਰ ਕਾਹਤੋਂ ਕਿਹਾ ਗਿਆ? ਕਿਉਂਕਿ ਉਹਨੂੰ ਸਰੀਰ ਮਿਲਦਾ ਨਹੀਂ ਹੈ। ਗਰਭ ਚੋਂ ਜਨਮ ਨਹੀਂ ਲੈਂਦਾ ਸ਼ਿਵ। ਨਿਰੰਕਾਰ ਤਾਂ ਹੀ ਕਿਹਾ। ਪਰ ਆਪਾਂ ਨੂੰ ਸਰੀਰ ਮਿਲਦਾ, ਆਪਾਂ ਮਾਂ ਦੇ ਗਰਭ ਚੋਂ ਜਨਮ ਲੈਂਦੇ ਹਾਂ ਸਰੀਰ ਦੁਆਰਾ। ਸਰੀਰ ਸਾਡਾ ਪੈਦਾ ਹੁੰਦਾ, ਸਰੀਰ ਸਾਡਾ ਮਰ ਜਾਂਦਾ। ਆਪਾਂ ਥੋੜਾ ਮਰਦੇ, ਆਪਾਂ ਇੱਕ ਸਰੀਰ ਛੱਡ ਕੇ ਦੂਜਾ ਲੈ ਲੈਂਦੇ ਹਾਂ। ਆਪਾਂ ਅਸਲ 'ਚ ਕੀ ਹੈ? ਜੋਤ, ਜਗਦੀ ਜੋਤ, ਜਿਹਨੂੰ ਆਤਮਾ ਕਿਹਾ ਗਿਆ, ਚੇਤਨਾ। ਆਪਾਂ ਮਸਤਕ ਵਿੱਚ ਇੱਥੇ ਬੈਠੇ ਆ। ਸਰੀਰ ਦਾ ਕੰਟਰੋਲ ਰੂਮ ਕਿੱਥੇ ਆ ਆਪਣਾ? ਜਿੱਥੇ ਆਤਮਾ ਬੈਠ ਕੇ ਆਪਰੇਟ ਕਰਦੀ ਹੈ ਸਿਸਟਮ ਨੂੰ। ਕੰਟਰੋਲ ਰੂਮ ਕਿੱਥੇ ਆ ਆਪਣਾ? ਆਹਾ ਆ ਮੂੰਹ ਜਿਹਾ ਇੰਨਾ ਕੁ, ਇਹ ਕੰਟਰੋਲ ਰੂਮ ਆਪਣਾ। ਇਹਦੇ ਵਿੱਚ ਆਤਮਾ ਬੈਠੀ ਆ। ਇੱਥੇ ਤੁਸੀਂ ਬੈਠੇ ਹੋ, ਇੱਥੇ। ਆਹ ਇਹਨੂੰ ਅਕਾਲ ਤਖਤ ਕਹਿੰਦੇ ਆ। ਆਹ ਜਿਹੜੀ ਆ ਭ੍ਰਿਕੁਟੀ ਦੇ ਵਿਚਾਲੇ ਜਿੱਥੇ ਬਿੰਦੀ ਲਾਈ ਜਾਂਦੀ ਹੈ, ਟਿੱਕਾ ਲਾਇਆ ਜਾਂਦਾ। ਟਿੱਕੇ ਦਾ ਮਤਲਬ ਹੁੰਦਾ ਟਿਕਣਾ। ਇਹਦੇ ਵਿੱਚ ਟਿਕਣਾ ਸੀ, ਆਪਾਂ ਟਿੱਕੇ ਲਾ ਕੇ ਕੰਮ ਸਾਰ ਲਿਆ। ਇਹਦੇ ਟਿੱਕੇ ਦਾ ਮਤਲਬ ਹੁੰਦਾ ਟਿਕਣਾ। ਬਿੰਦੀ ਦਾ ਮਤਲਬ ਹੁੰਦਾ ਆਤਮਾ ਬਿੰਦੀ ਰੂਪ ਆ, ਬਹੁਤ ਬਰੀਕ ਆ, ਸੂਖਸ਼ਮ ਆ, ਦਿਖਦੀ ਨਹੀਂ ਇਹਨਾਂ ਅੱਖਾਂ ਨਾਲ। ਆਪਾਂ ਵੀ ਨਿਰਾਕਾਰ ਆ ਕਿਉਂਕਿ ਆਪਾਂ ਉਸ ਨਿਰਾਕਾਰ ਦੀ ਸੰਤਾਨ ਆ। ਨਿਰਾਕਾਰ ਦੀ ਸੰਤਾਨ ਵੀ ਤਾਂ ਨਿਰਾਕਾਰ ਹੀ ਹੋਊ। ਪਰ ਆਪਾਂ ਨੂੰ ਆਕਾਰ ਕਦੋਂ ਮਿਲਦਾ? ਜਦੋਂ ਆਪਾਂ ਨੂੰ ਸਰੀਰ ਮਿਲ ਜਾਂਦਾ। ਸਰੀਰ ਦੇ ਦੁਆਰਾ ਸਾਡੇ ਜੋ ਵੀ ਸਾਡੀ ਭਾਵਨਾ ਹੁੰਦੀ ਆ, ਜੋ ਵੀ ਸਾਡੇ ਵਿਚਾਰ ਹੁੰਦੇ ਆ, ਜੋ ਵੀ ਸਾਡੀਆਂ ਆਦਤਾਂ ਹੁੰਦੀਆਂ, ਉਹ ਸਰੀਰ ਦੇ ਦੁਆਰਾ ਪ੍ਰਗਟ ਹੁੰਦੀਆਂ ਨੇ। ਪਰ ਪਰਮਾਤਮਾ ਜਦੋਂ ਧਰਤੀ ਤੇ ਆਉਂਦਾ ਸਰੀਰ ਹੀ ਲੈ ਕੇ ਬੋਲੂਗਾ। ਹਵਾ 'ਚ ਥੋੜਾ ਬੋਲੂਗਾ, ਕਿਸੇ ਗਧੇ, ਘੋੜੇ, ਕੁੱਤੇ 'ਚ ਥੋੜਾ ਆਊਗਾ, ਬੰਦੇ 'ਚ ਹੀ ਆਊਗਾ। ਜਿਹੜੇ ਬੰਦੇ 'ਚ ਆਉਂਦਾ ਉਹ ਸਤਿਗੁਰ ਹੁੰਦਾ। ਤਾਂ ਹੀ ਕਹਿੰਦੇ ਆ ਗੁਰੂਰ ਬ੍ਰਹਮਾ, ਗੁਰੂਰ ਵਿਸ਼ਨੂੰ, ਗੁਰੂਰ ਦੇਵੋ ਮਹੇਸ਼ਵਰ। ਕਹਿੰਦੇ ਸਭ ਤੋਂ ਪਹਿਲਾਂ ਗੁਰੂ ਬ੍ਰਹਮਾ, ਕਿਉਂਕਿ ਬ੍ਰਹਮਾ ਦਾ ਮਤਲਬ ਹੁੰਦਾ ਵੱਡੀ ਮਾਂ। ਪਰਮਾਤਮਾ ਜਦੋਂ ਆਉਂਦਾ ਉਹ ਮਾਂ ਦੇ ਦੁਆਰਾ ਆਤਮਿਕ ਜਨਮ ਦਿੰਦਾ, ਸਾਨੂੰ ਗਿਆਨ ਦਿੰਦਾ ਮੁੱਖ ਤੋਂ, ਬ੍ਰਹਮ ਦਾ ਗਿਆਨ। ਜਿਹੜੇ ਬ੍ਰਹਮਾ ਦੇ ਮੁੱਖ ਤੋਂ ਗਿਆਨ ਸੁਣਦੇ ਆ ਉਹ ਬ੍ਰਹਮਾ ਦੇ ਬੱਚੇ ਹੀ ਬ੍ਰਾਹਮਣ ਬਣਦੇ ਆ, ਬ੍ਰਹਮ ਗਿਆਨੀ। ਬ੍ਰਹਮਾ ਦੀ ਸੰਤਾਨ ਹੁੰਦੇ ਆ ਜਿਹੜੇ, ਉਹ ਬ੍ਰਹਮ ਗਿਆਨੀ ਹੁੰਦੇ ਆ। ਬ੍ਰਾਹਮਣ ਦਾ ਮਤਲਬ ਹੁੰਦਾ ਜੋ ਬ੍ਰਹਮ ਦੇ ਗਿਆਨ ਅਨੁਸਾਰ ਰਮਣ ਕਰਦੇ ਆ, ਚੱਲਦੇ ਆ। ਉਹ ਪਹਿਲਾ ਗੁਰੂ, ਆਪਣੀ ਮਾਂ ਪਹਿਲੀ ਗੁਰੂ ਆ। ਕਿਉਂਕਿ ਆਪਣੀ ਮਾਂ ਤੋਂ ਪਤਾ ਲੱਗਦਾ ਸਾਡਾ ਪਿਤਾ ਕੌਣ। ਮਾਂ ਹੀ ਦੱਸਦੀ ਆਪਾਂ ਨੂੰ। ਜਦੋਂ ਆਪਾਂ ਜਨਮ ਲੈਂਦੇ ਆ ਸਾਨੂੰ ਤੋਤਲੀ ਭਾਸ਼ਾ ਸਾਡੀ ਮਾਂ ਸਿਖਾਉਂਦੀ ਆ, ਸਾਨੂੰ ਲੋਰੀਆਂ ਸਿਖਾਉਂਦੀ ਆ, ਦਿੰਦੀ ਆ, ਸਾਨੂੰ ਪਾਲਣਾ ਕਰਦੀ ਆ। ਪਹਿਲੀ ਗੁਰੂ ਕੌਣ ਹੁੰਦੀ ਆ ਬੰਦੇ ਦੀ? ਉਹਦੀ ਮਾਂ। ਮਾਂ ਦੱਸਦੀ ਆ ਵੀ ਤੇਰਾ ਪਿਤਾ ਕੌਣ ਆ। ਕੋਈ ਚਾਚੀ, ਕੋਈ ਮਾਸੀ, ਕੋਈ ਭੂਆ ਨਹੀਂ ਦੱਸਦੀ ਆਪਾਂ ਨੂੰ।
ਕੋਈ ਗਵਾਂਢਣ ਨਹੀਂ ਦੱਸਦੀ ਆ ਕੇ, ਕੋਈ ਆਂਟੀ ਨਹੀਂ ਦੱਸਦੀ, ਕੋਈ ਅੰਕਲ ਨਹੀਂ ਦੱਸਦਾ। ਕੌਣ ਦੱਸਦਾ? ਮਾਂ ਪਰਿਚੈ ਕਰਾਉਂਦੀ ਹੈ ਵੀ ਬੇਟਾ ਤੇਰਾ ਪਾਪਾ, ਆ ਤੇਰਾ ਡੈਡੀ, ਆ ਤੇਰਾ ਪਿਤਾ, ਆ ਤੇਰਾ ਡੈਡ। ਤੇ ਉਹ ਬ੍ਰਹਮਾ ਕੀ ਹੈ? ਵੱਡੀ ਮਾਂ। ਬ੍ਰਹਮਾ ਦਾ ਮਤਲਬ ਹੁੰਦਾ ਵੱਡੀ ਮਾਂ। ਵਿਸ਼ਨੂੰ ਆ ਜਦੋਂ ਆਪਾਂ ਦੇਵਤਾ ਤੁੱਲ ਬਣ ਜਾਂਦੇ ਆ। ਪਰਮਾਤਮਾ ਬ੍ਰਹਮਾ ਦੁਆਰਾ ਸਾਨੂੰ ਆਤਮਿਕ ਜਨਮ ਦੇ ਕੇ ਬ੍ਰਾਹਮਣ ਬਣਾ ਕੇ ਬ੍ਰਹਮ ਗਿਆਨੀ ਬਣਾ ਕੇ ਸਾਨੂੰ ਕਹਿੰਦਾ ਹੁਣ ਇਹਦੇ ਅਨੁਸਾਰ ਚੱਲੋ, ਇਹ ਸੱਚ ਆ, ਇਹ ਸੱਚ ਅਨੁਸਾਰ ਚੱਲ ਕੇ ਦਿਖਾਓ। ਫਿਰ ਬਾਣੀ ਚ ਆਉਂਦਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਸ ਮਾਨਸ ਸੇ ਦੇਵਤੇ ਕੀਏ ਕਰਤ ਨਾ ਲਾਗੇ ਵਾਰ। ਕੀ ਇਹਦਾ ਮਤਲਬ? ਕਹਿੰਦਾ ਮੈਂ ਬਾਰੇ ਜਾਵਾਂ ਆਪਣੇ ਗੁਰੂ ਤੋਂ ਦਿਹਾੜੀ 'ਚ 100 ਵਾਰ। ਜਿਹਨੇ ਸਾਨੂੰ ਮਾਨਸਾਂ ਨੂੰ ਦੇਵੀ ਦੇਵਤੇ ਬਣਾਇਆ, ਉਸ ਗੁਰੂ ਤੋਂ ਮੈਂ ਸਤਿਗੁਰ ਤੋਂ ਬਾਰੇ ਜਾਵਾਂ। ਉਹ ਸਤਿਗੁਰ ਦੀ ਖੋਜ ਕਰੋ। ਜਿਨ ਖੋਜਾ ਤਿਨ ਹੀ ਪ੍ਰਭ ਪਾਇਆ। ਖੋਜ ਕਿਉਂ ਨਹੀਂ ਕਰਦੇ ਤੁਸੀਂ? ਸਤਿਗੁਰ ਕੌਣ? ਸਤਿਗੁਰ ਹੀ ਪਾਰ ਲਾਊਗਾ ਤੁਹਾਨੂੰ। ਕਿਉਂ ਹੀ ਲੱਗ ਜਾਓਗੇ ਬਾਣੀ ਸੁਣ ਕੇ, ਕੋਈ ਗੀਤਾ ਸੁਣ ਕੇ, ਰਮਾਇਣ ਸੁਣ ਕੇ ਪਾਰ ਲੱਗਿਆ ਕੋਈ ਅੱਜ ਤੱਕ? ਸਦੀਆਂ ਹੋ ਗਈਆਂ ਪੜ੍ਹੀ ਜਾਂਦੇ ਆਪਾਂ। ਦੱਸੋ ਕੌਣ ਪਾਰ ਲੱਗਿਆ? ਕੌਣ ਦੇਵੀ ਦੇਵਤਾ ਬਣਿਆ? ਬਣ ਗਏ ਦੇਵੀ ਦੇਵਤਾ ਆਪਾਂ? ਜੇ ਸਤਿਗੁਰ ਨਹੀਂ ਮਿਲਿਆ ਤਾਂ ਤੁਸੀਂ ਦੇਵੀ ਦੇਵਤਾ ਕਿਵੇਂ ਬਣ ਜਾਓਗੇ? ਦੇਵੀ ਦੇਵਤਾ ਦਾ ਮਤਲਬ ਹੁੰਦਾ ਦਿਵਿਆ ਬੁੱਧੀ। ਇਨਸਾਨ ਜਿਹਨਾਂ ਨੂੰ ਸੱਚ ਦਾ ਪਤਾ ਲੱਗ ਗਿਆ ਔਰ ਸੱਚ ਦੇ ਅਨੁਸਾਰ ਚੱਲੇ, ਉਹ ਦੇਵੀ ਦੇਵਤੇ ਬਣ ਜਾਂਦੇ ਆ। ਗੁਰੂ ਨਾਨਕ ਦੇਵ ਜੀ ਝੂਠ ਨਹੀਂ ਕਹਿੰਦੇ। ਸਤਿਗੁਰ ਜਦੋਂ ਪ੍ਰਗਟ ਹੁੰਦਾ ਉਹ ਇਹਦਾ ਵਿਨਾਸ਼ ਕਰ ਦਿੰਦਾ, ਅਗਿਆਨਤਾ ਦਾ। ਕਲਯੁੱਗ ਖਤਮ ਕਰ ਦਿੰਦਾ, ਸਤਿਯੁੱਗ ਦੀ ਸਥਾਪਨਾ ਕਰ ਦਿੰਦਾ ਬਾਬਿਓ। ਉਹ ਸਤਿਗੁਰੂ ਰੂਪ ਹੁੰਦਾ। ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ। ਦੂਜਾ ਤੁਹਾਡਾ ਗੁਰੂ ਵਿਸ਼ਨੂੰ ਆ ਜੋ ਸੰਪੂਰਨ ਰੂਪ ਆ। ਜਦੋਂ ਤੁਸੀਂ ਦੇਵੀ ਦੇਵਤੇ ਬਣ ਜਾਂਦੇ ਆ, ਉਹ ਦੂਜਾ ਗੁਰੂ ਸਾਡਾ ਉਹ ਆ। ਪਹਿਲਾ ਗੁਰੂ ਸਾਡਾ ਤੀਜਾ ਅਸਲ ਗੁਰੂ ਆ ਜਿਹੜਾ ਸਤਿਗੁਰ ਆ। ਗੁਰੂਰ ਬ੍ਰਹਮਾ ਗੁਰੂਰ ਵਿਸ਼ਨੂੰ ਗੁਰੂਰ ਦੇਵੋ ਮਹੇਸ਼ਵਰ। ਗੁਰੂ ਸਾਖਸ਼ਾਤ ਪਰਮ ਬ੍ਰਹਮ ਤਸਮੇ ਸ਼੍ਰੀ ਗੁਰੂ ਬੇਨਮ। ਕਹਿੰਦਾ ਜਿਹੜਾ ਸਾਨੂੰ ਦੇਵੀ ਦੇਵਤਾ ਬਣਾਉਂਦਾ ਉਹ ਗੁਰੂ ਫਿਰ ਤੁਹਾਡੇ ਸਾਹਮਣੇ ਬੈਠਾ ਹੁੰਦਾ। ਸਾਖਸ਼ਾਤ ਦਾ ਮਤਲਬ ਸਾਹਮਣੇ ਬੈਠਾ ਹੁੰਦਾ। ਉਹ ਸਾਖਸ਼ਾਤ ਗੁਰੂ ਕੌਣ ਆ? ਮਹਾਦੇਵ। ਹੁਣ ਜਿਹੜਾ ਦੇਵੀ ਦੇਵਤੇ ਬਣਾਊਗਾ ਸਤਿਗੁਰੂ, ਉਹ ਦੇਵਤਿਆਂ ਤੋਂ ਤਾਂ ਵੱਡਾ ਹੀ ਮੰਨਿਆ ਜਾਊਗਾ। ਮਹਾਦੇਵਤਾ ਹੀ ਮੰਨਿਆ ਜਾਊਗਾ। ਉਹੀ ਦੇਵਤੇ ਬਣਾਊਗਾ। ਮਹਾਦੇਵਤਾ ਜਾਂ ਮਹਾਦੇਵ ਕਿਹਨੂੰ ਕਹਿੰਦੇ ਆ ਫਿਰ? ਮਹਾਦੇਵ ਸ਼ਬਦ ਸੁਣਿਆ ਹੈ? ਪੱਕਾ? ਹਰ ਹਰ ਮਹਾਦੇਵ ਬੋਲਦੇ ਆ। ਵੈਰੀ ਗੁੱਡ। ਉਹ ਮਹਾਦੇਵ ਕੌਣ ਆ ਜਿਹੜਾ ਫਿਰ ਸਾਨੂੰ ਦੇਵਤੇ ਬਣਾਉਂਦਾ? ਉਹੀ ਸ਼ੰਕਰ, ਸਤਿਆਰਾਮ, ਨਿਰਾਕਾਰ ਰਾਮ। ਸ਼ੰਕਰ ਦਾ ਮਤਲਬ ਕੀ ਹੁੰਦਾ? ਸ਼ਮਨ ਕਰਤਾ, ਸ਼ਾਸਨ ਕਰਤਾ, ਸ਼ੁੱਧੀ ਕਰਤਾ, ਸ਼ਾਂਤੀ ਕਰਤਾ। ਸ਼ੰਕਰ, ਸ਼ੰਕਰ। ਉਹ ਸ਼ੰਕਰ ਮਹਾਦੇਵ ਜਿਹ ਚ ਸ਼ਿਵ ਆਉਂਦਾ। ਤਾਂ ਹੀ ਸ਼ਿਵ ਦਾ ਨਾਂ ਕਿਹਦੇ ਨਾਲ ਜੁੜਿਆ? ਆਪਾਂ ਕੀ ਬੋਲਦੇ ਆ? ਸ਼ਿਵ ਸ਼ੰਕਰ। ਤੇ ਸ਼ੰਕਰ ਦਾ ਚਿੱਤਰ ਬਣਾਤਾ ਚਿੱਤਰਕਾਰ ਨੇ। ਅਰਧਨਾਰੀ ਈਸ਼ਵਰ ਦੇ ਰੂਪ ਵਿੱਚ ਵੀ ਬਣਾਤਾ। ਪਾਪ ਕਟੇਸ਼ਵਰ, ਮੁਕਤੇਸ਼ਵਰ, त्रिलोकीनाथ, त्रिकालदर्शी, त्रिदेव, त्रिनेत्री, पापकेश्वर, मुक्तेश्वर, सबका गति सदगति दाता, परम पिता परमात्मा, सदा शिव है सबका पिता, सबकी माता। अर्धनारी ईश्वर, भगवान भगवती, पिता श्री मातेश्वरी। मां ਨੂੰ ਕਿਉਂ ਨਹੀਂ ਮੰਨਦੇ? ਪਿਤਾ ਨੂੰ ਮੰਨੀ ਜਾਂਦੇ। ਉਹ ਵੀ ਨਿਰਾਕਾਰ ਰੂਪ ਚ। ਨਿਰਾਕਾਰ ਰੂਪ ਚ ਪਰਮਾਤਮਾ ਤੁਹਾਨੂੰ ਕੀ ਦਊਗਾ? ਸਤਿਗੁਰੂ ਰੂਪ ਚ ਦਊਗਾ। ਉਹ ਸਤਿਆਰਾਮ ਦੀ ਖੋਜ ਕਰੋ ਜੇ ਪਾਰ ਲੱਗਣਾ। ਦੁਨੀਆ ਦੇ ਹਨੇਰ ਵਿੱਚ ਗਾਇਬ ਹੋ ਗਏ। ਇਹ ਅਗਿਆਨਤਾ ਦੀ ਰਾਤਰੀ ਵਿੱਚ ਖੋਏ ਹੋਏ ਆ। ਅਗਿਆਨਤਾ ਦੀ ਰਾਤਰੀ ਜੋ ਗਿਆਨ ਸੂਰਿਆ ਪ੍ਰਗਟ ਆ, ਗਿਆਨ ਦੇ ਵਿਨਾਸ਼, ਤਾਂ ਹੀ ਉਹਦੀ ਸ਼ਿਵਰਾਤਰੀ ਮਨਾਉਂਦੇ ਆ। ਅਗਿਆਨਤਾ ਦੀ ਰਾਤਰੀ 'ਚ ਪ੍ਰਗਟ ਹੁੰਦਾ। ਸ਼ਿਵਰਾਤਰੀ ਕਿਹਦੀ ਮਨਾਉਂਦੇ ਆਪਾਂ? ਪਰਮ ਪਿਤਾ ਪਰਮਾਤਮਾ ਸ਼ਿਵ ਦੀ। ਬਾਕੀ ਸਭ ਦੇ ਜਨਮ ਦਿਨ ਮਨਾਏ ਜਾਂਦੇ ਆ। ਸ਼ਿਵ ਦੀ ਕੀ ਮਨਾਈ ਜਾਂਦੀ ਆ? ਰਾਤਰੀ, ਸ਼ਿਵ ਰਾਤਰੀ। ਉਹਦਾ ਮਤਲਬ ਇਹ ਨਹੀਂ ਵੀ ਰਾਤ ਨੂੰ ਆਇਆ ਸੀ। ਉਹ ਇਸ ਅਗਿਆਨਤਾ ਦੇ ਯੁੱਗ ਵਿੱਚ ਅਗਿਆਨ ਨੂੰ ਕਿਹਾ ਗਿਆ ਰਾਤਰੀ, ਗਿਆਨ ਨੂੰ ਕਿਹਾ ਗਿਆ ਦਿਨ ਸਵੇਰਾ। ਉਹ ਸਦਾ ਸ਼ਿਵ ਮਹਾਦੇਵ, ਹਰ ਹਰ ਮਹਾਦੇਵ। ਫਿਰ ਦੇਵਤਿਆਂ ਦੀ ਸਿਰਜਣਾ ਕਰਦਾ ਸਤਿਗੁਰ ਦੇ ਰੂਪ ਚ। ਮਹਾਦੇਵ ਨੂੰ ਆਦੀਨਾਥ, ਆਦੀ ਦੇਵ ਕਿਹਾ ਗਿਆ। ਬਾਬੇ ਉਹ ਕ੍ਰਿਸ਼ਨ ਜੀ, ਆਦੀ ਦੇਵ ਨੂੰ ਮੁਸਲਮਾਨਾਂ ਨੇ ਆਦਮ ਕਿਹਾ, ਅੰਗਰੇਜ਼ਾਂ ਨੇ ਉਹਨੂੰ ਐਡਮ ਕਿਹਾ। ਆਦੀ ਦੇਵ, ਆਦੀਨਾਥ ਕਿਹਨੂੰ ਕਿਹਾ ਗਿਆ? ਆਪਾਂ ਕਿਹਨੂੰ ਕਹਿੰਦੇ ਆ? ਸ਼ਿਵ ਸ਼ੰਕਰ ਨੂੰ। ਪਹਿਲਾ ਗੁਰੂ, ਪਹਿਲਾ ਪਿਤਾ, ਜੋ ਆਦ ਸੱਚ, ਜੁਗਾਦ ਸੱਚ, ਜੁਗਾਂ ਤੋਂ ਸੱਚ ਆ ਜਿਹੜਾ। ਇਹਨੂੰ ਕੋਈ ਜਾਣ ਨਹੀਂ ਸਕਿਆ। ਕਿਉਂ? ਆਪਾਂ ਖੋਜ ਨਹੀਂ ਕਰਦੇ, ਆਪਾਂ ਸਵਾਲ ਨਹੀਂ ਕਰਦੇ, ਆਪਾਂ ਸਮਝਦੇ ਨਹੀਂ। ਕਹਿੰਦੇ ਕੀ ਆ ਬਾਣੀ ਸਾਨੂੰ? ਗੁਰੂ ਨਾਨਕ ਦੇਵ ਦੀ ਬਾਣੀ ਨਾਲ ਧਰੋ ਕਰੀ ਜਾਂਦੇ ਆ। ਉਹਨਾਂ ਨੇ ਪਤਾ ਕਿੰਨਾ ਮੁਸ਼ਕਲਾਂ ਦੇ ਵਿੱਚ ਬਾਣੀ ਉਹਨਾਂ ਨੇ ਰਚੀ। ਉਹ ਵਿਵੇਕ ਦੁਆਰਾ ਉਹਨਾਂ ਨੇ ਸਾਨੂੰ ਸੋਝੀ ਦਿੱਤੀ, ਸਮਝ ਦਿੱਤੀ। ਆਪਾਂ ਸਮਝਦੇ ਕਾਹਤੋਂ ਨਹੀਂ? ਨਾਨਕ ਦੀ ਬਾਣੀ ਨਾਲ ਕਾਹਤੋਂ ਧਰੋ ਕਰੀ ਜਾਂਦੇ ਆ?
ਨਾਨਕ ਦੀ ਬਾਣੀ ਨਾਲ ਵੀ ਧਰੋ ਕਰਤਾ, ਸੰਤਾਂ ਨਾਲ ਵੀ ਧਰੋ ਕਰੀ ਜਾਂਦੇ ਆ ਜਿਹੜੇ ਗਾਂ ਆਏ ਆ। ਬਾਬਾ ਇੱਥੇ ਬਾਬਾ ਜੌਨ ਦਾਸ ਬੈਠਾ, ਇੱਥੇ ਵੀ ਕੋਈ ਸ਼ਰਧਾ ਨਹੀਂ ਰੱਖਦੇ, ਫਿਰ ਪਾਰ ਕਿਵੇਂ ਲੱਗੋਗੇ ਬੱਚਿਓ? ਪਾਰ ਕਿਵੇਂ ਲੱਗੋਗੇ? ਤੁਹਾਡੀਆਂ ਛੋਟੀਆਂ ਮੋਟੀਆਂ ਮੰਗਾਂ ਜ਼ਰੂਰ ਪੂਰੀਆਂ ਹੋ ਜਾਣਗੀਆਂ, ਤੁਹਾਡਾ ਵਿਆਹ ਹੋ ਜਾਊਗਾ, ਠੀਕ ਹੈ, ਇੱਕ ਮੰਗ ਪੂਰੀ ਹੋ ਗਈ, ਤੰਦਰੁਸਤੀ ਮਿਲ ਜੂ, ਰੋਗ ਟੁੱਟ ਜੂ, ਤੁਹਾਡੀ ਕੋਈ ਡਿਮਾਂਡ ਹੈਗੀ ਉਹ ਵੀ ਪੂਰੀ ਹੋ ਜੂ। ਤੇ ਕਲਿਆਣ ਤਾਂ ਨਹੀਂ ਹੋਇਆ। ਕਲਿਆਣ ਦਾ ਮਤਲਬ ਹੁੰਦਾ ਵੀ ਕੋਈ ਮੰਗ ਇਦਾਂ ਦੀ ਰਹੀ ਨਾ ਜਿਹੜੀ ਪੂਰੀ ਨਹੀਂ ਹੋਈ। ਪਰਮਾਤਮਾ ਇਦਾਂ ਦੀ ਤੁਹਾਡੀ ਡਿਮਾਂਡ ਪੂਰੀ ਕਰਦਾ ਵੀ ਤੁਸੀਂ ਮੰਗਣ ਯੋਗ ਕੁਛ ਰਹਿੰਦੇ ਹੀ ਨਹੀਂ, ਇਦਾਂ ਦਾ ਕੁਛ ਨਹੀਂ ਰਹਿ ਜਾਂਦਾ ਜਿਹੜਾ ਆਪਾਂ ਕੀ ਪਰਮਾਤਮਾ ਘਾਟ ਰਹਿ ਗਈ ਆਹ ਦੇ ਦੇ। ਕਿਉਂਕਿ ਦੇਵੀ ਦੇਵਤੇ ਕਿੱਥੇ ਵੱਸਦੇ ਆ? ਸੱਤ ਯੁੱਗ ਦੇ ਵਿੱਚ, ਸੱਤ ਦਾ ਯੁੱਗ, ਸੱਚ ਦਾ ਯੁੱਗ, ਜਿਹਨੂੰ ਸਵਰਗ ਕਿਹਾ ਗਿਆ, ਹੈਵਨ ਕਿਹਾ ਗਿਆ। ਹੁਣ ਇਹ ਕਲ ਯੁੱਗ ਦਾ ਵਿਨਾਸ਼ ਹੋਊਗਾ, ਸਤਿਗੁਰ ਪ੍ਰਗਟ ਹੋ ਚੁੱਕੇ ਆ। ਤੇ ਭਾਈ ਦੇਵੀ ਦੇਵਤਾ ਬਣਨਾ ਚਾਹੁੰਦੇ ਤਾਂ ਬਣ ਜਾਓ, ਆਇਆ ਹੋਇਆ ਉਹ ਸਮਝ ਜੋ। ਹੁਣ ਵੀ ਨਹੀਂ ਸਮਝੇ ਤਾਂ ਭਾਈ ਫੇਰ ਨਾ ਕੀ ਉਹ ਵੀ ਰਿਸ਼ੀ ਨੇ ਸਾਨੂੰ ਕੁਝ ਦੱਸਿਆ ਨਹੀਂ, ਉਹਨੇ ਤਾਂ ਗਿਆਨ ਸੁਣਿਆ ਕਰੋ, ਠੀਕ ਹੈ। ਜਦੋਂ ਵੀ ਮੀਟਿੰਗ ਰੱਖੀ ਜਾਂਦੀ ਟਾਈਮ ਨਾਲ ਆ ਜਾ ਕਰੋ। ਬਾਬਿਓ ਇਹ ਨਾ ਸੋਚਿਆ ਕਰੋ ਮੇਰਾ ਆਹ ਕੰਮ ਆ ਉਹ ਕੰਮ ਆ, ਉਹਨੂੰ ਪਤਾ ਵੀ ਤੁਸੀਂ ਕੰਮ ਛੱਡ ਕੇ ਆਏ ਆ, ਉਹ ਅਸਲ ਹਾਜ਼ਰੀ ਹੁੰਦੀ ਆ। ਆਪਾਂ ਕੀ ਸੋਚਦੇ ਆ ਜਦੋਂ ਮੈਂ ਵਿਹਲਾ ਹੋ ਗਿਆ, ਜਦੋਂ ਮੈਂ ਸਾਰੇ ਕੰਮ ਧੰਦੇ ਫ੍ਰੀ ਹੋ ਗਿਆ, ਉਦੋਂ ਮੈਂ ਜਾਊਂਗਾ ਰੱਬ ਦੇ ਕਿਸੇ ਕੰਮ ਵਿੱਚ, ਭਲੇ ਦੇ ਕੰਮ ਵਿੱਚ। ਫਿਰ ਉਹ ਹਾਜ਼ਰੀ ਯਾਰ ਉਹ ਕਿੱਦਾਂ ਦੀ ਹਾਜ਼ਰੀ ਹੈ? ਜੇ ਕੰਮ ਵੀ ਛੱਡ ਕੇ ਆਓ ਫਿਰ ਪ੍ਰਮਾਤਮਾ ਦੇਖਦਾ ਨਹੀਂ, ਉਹਨੂੰ ਪਤਾ ਯਾਰ ਇਹ ਧਰਮ ਦੇ ਕੰਮ ਵਿੱਚ ਕੰਮ ਛੱਡ ਕੇ ਹਾਜ਼ਰੀ ਦੇਣ ਆ ਗਿਆ, ਕੰਮ ਵਿੱਚ ਆ ਗਿਆ, ਤੇ ਤੁਹਾਡੀ ਪੂਰਤੀ ਨਹੀਂ ਕਰੂਗਾ, ਤੁਹਾਡੇ ਘਾਟੇ ਦਾ 10 ਗੁਣਾ ਦਊ ਕਿ ਨਹੀਂ ਦਊ?